ਹੈਲੋ ਐਂਡ ਵੈਲਕਮ ਬੈਕ ਟੂ ਆਲ ਆਫ ਯੂ। ਮੇਰਾ ਨਾਮ ਹੈ ਹਰਪ੍ਰੀਤ ਔਰ ਤੁਸੀਂ ਦੇਖ ਰਹੇ ਹੋ ਕਾਮਰਸ ਐਜੂਟੈਕ। ਅੱਜ ਮੈਂ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਆਇਆ, ਇੰਟਰੋਡਕਸ਼ਨ ਆਫ ਪਾਰਟਨਰਸ਼ਿਪ ਫਰਮ ਦੇ ਚੈਪਟਰ ਦੇ ਵਿੱਚੋਂ, ਦੈਟ ਇਜ਼ ਪਾਰਟਨਰਸ ਕੈਪੀਟਲ ਅਕਾਊਂਟ। ਇਸ ਤੋਂ ਪਹਿਲਾਂ ਆਪਾਂ ਜਿੰਨੇ ਵੀ ਟੌਪਿਕ ਕੀਤੇ ਹੈ, ਹੋਪਫੁਲੀ ਹੈ ਕਿ ਤੁਸੀਂ ਸਾਰੇ ਦੇਖੇ ਹੋਣਗੇ। ਅਗਰ ਤੁਹਾਡਾ ਕੋਈ ਡਾਊਟ ਹੈ ਦੈਨ ਕਾਈਂਡਲੀ ਮੈਨੂੰ ਮੈਸੇਜ ਕਰਕੇ ਉਸ ਦੇ ਬਾਰੇ ਤੁਸੀਂ ਦੱਸ ਸਕਦੇ ਹੋ। ਠੀਕ ਹੈ, ਅਸੀਂ ਅੱਜ ਪਾਰਟਨਰਸ ਕੈਪੀਟਲ ਅਕਾਊਂਟ ਦੇ ਰਿਗਾਰਡਿੰਗ ਗੱਲ ਕਰਾਂਗੇ। ਕੈਪੀਟਲ ਅਕਾਊਂਟ ਕੀ ਹੁੰਦੇ ਆ ਔਰ ਇਸ ਦੀ ਅਕਾਊਂਟਿੰਗ ਜਿਹੜੀ ਹੈ ਉਹ ਕਿਵੇਂ ਕੀਤੀ ਜਾਂਦੀ ਹੈ। ਮੀਨਿੰਗ ਅਸੀਂ ਦੇਖੀਏ ਪਾਰਟਨਰਸ ਕੈਪੀਟਲ ਅਕਾਊਂਟ ਦਾ, ਕਿ ਮੀਨਿੰਗ ਦੇ ਵਿੱਚ ਕੀ ਲਿਖਿਆ, ਪਾਰਟਨਰਸ ਕੈਪੀਟਲ ਅਕਾਊਂਟ ਆਰ ਪਰਸਨਲ ਅਕਾਊਂਟਸ। ਦੇਖੋ ਪਾਰਟਨਰਸ ਕੈਪੀਟਲ ਅਕਾਊਂਟ ਜਿਹੜੀ ਹੈ ਇਸ ਦੀ ਨੇਚਰ ਜੋ ਹੈ ਇਹ ਪਰਸਨਲ ਅਕਾਊਂਟ ਹੈ। ਪਰਸਨਲ ਅਕਾਊਂਟ ਕਿਸ ਦੇ ਹੈ? ਬਿਜ਼ਨਸ ਦਾ ਪਰਸਨਲ ਅਕਾਊਂਟ ਨਹੀਂ ਹੈ ਇਹ ਪਾਰਟਨਰਸ ਦੇ ਪਰਸਨਲ ਅਕਾਊਂਟ ਹੈ। ਪਾਰਟਨਰਸ ਕੌਣ ਹੈ? ਮਾਲਿਕ ਹੈ ਜੋ ਬਿਜ਼ਨਸ ਨੂੰ ਚਲਾਉਂਦੇ ਆ। ਠੀਕ ਹੈ, ਉਹਨਾਂ ਦੇ ਪਰਸਨਲ ਅਕਾਊਂਟ ਜਿਹੜਾ ਪਾਰਟਨਰ ਮਤਲਬ ਕਿ ਜੋ ਫਰਮ ਹੈ, ਬਿਜ਼ਨਸ ਹੈ, ਉਹ ਉਸ ਨੂੰ ਮੇਨਟੇਨ ਕਰਦਾ ਹੈ। ਇਟ ਰੀਪ੍ਰਜੈਂਟਸ ਦਾ ਪਾਰਟਨਰਸ ਇੰਟਰਸਟ ਇਨ ਦਾ ਫਰਮ। ਦੇਖੋ ਇੰਟਰਸਟ ਕੀ ਹੁੰਦਾ, ਅਸੀਂ ਪਹਿਲਾਂ ਇਸ ਦੇ ਬਾਰੇ ਗੱਲ ਕਰ ਚੁੱਕੇ ਕਿ ਇੰਟਰਸਟ ਦਾ ਮਤਲਬ ਕੀ, ਕਿ ਵਾਈ ਆਈ ਐਮ ਡੂਇੰਗ ਦੈਟ ਬਿਜ਼ਨਸ, ਕਿ ਉਹ ਬਿਜ਼ਨਸ ਜਿਹੜਾ ਹੈ ਚੱਲ ਰਿਹਾ ਉਹ ਮੈਂ ਕਿਉਂ ਕਰ ਰਿਹਾ, ਉਸ ਦਾ ਮਤਲਬ ਮੈਂ ਉਸ ਨੂੰ ਕਿਉਂ ਕਰ ਰਿਹਾ, ਕਿ ਉਹ ਪ੍ਰੋਫਿਟ ਦੇ ਲਈ ਕਰ ਰਿਹਾ, ਸੈਲਰੀਜ਼ ਦੇ ਲਈ ਕਰ ਰਿਹਾ, ਹੈ ਨਾ। ਜੋ ਵੀ ਮੇਰਾ ਉਸ ਦੇ ਵਿੱਚ ਇੰਟਰਸਟ ਹੋਊਗਾ ਉਸ ਨੂੰ ਇਹ ਕੈਪੀਟਲ ਅਕਾਊਂਟ ਜਿਹੜਾ ਹੈ ਇਹ ਸ਼ੋਅ ਕਰੇਗਾ। ਇਟ ਪ੍ਰੀਪੇਅਰਸ ਟੂ ਨੋ ਦਾ ਕਲੋਜ਼ਿੰਗ ਬੈਲੈਂਸ ਆਫ ਕੈਪੀਟਲ ਅਕਾਊਂਟ ਆਫ ਈਚ ਪਾਰਟਨਰ ਇੰਡੀਵਿਜੂਅਲੀ। ਜਿਹੜੇ ਫਰਮ ਹੈ ਉਹ ਪਾਰਟਨਰਸ ਦਾ ਕੈਪੀਟਲ ਅਕਾਊਂਟ ਜਿਹੜਾ ਪ੍ਰੀਪੇਅਰ ਕਰੂਗੀ, ਇੰਡੀਵਿਜੂਅਲੀ ਕਰੂਗੀ, ਮਤਲਬ ਹਰ ਇੱਕ ਪਾਰਟਨਰ ਦਾ ਕੈਪੀਟਲ ਅਕਾਊਂਟ ਸੈਪਰੇਟਲੀ ਪ੍ਰੀਪੇਅਰ ਹੋਊਗਾ। ਔਰ ਇਸ ਨੂੰ ਬਣਾਇਆ ਕਿਉਂ ਜਾਂਦਾ ਹੈ? ਸੋ ਦੈਟ ਫਰਮ ਨੂੰ ਪਤਾ ਲੱਗ ਜੇ ਕਿ ਸਾਲ ਦੇ ਐਂਡ 'ਤੇ ਜੋ ਪਾਰਟਨਰ ਹੈ ਉਸ ਨੂੰ ਫਰਮ ਨੇ ਕੀ ਪੇ ਕਰਨਾ ਹੈ ਜਾਂ ਉਸ ਤੋਂ ਅਲਟੀਮੇਟਲੀ ਫਰਮ ਨੇ ਕੀ ਲੈਣਾ ਹੈ। ਕਲੀਅਰ? ਸੋ ਅਕੋਰਡਿੰਗ ਟੂ ਦਾ ਰੂਲਸ ਪ੍ਰਿਸਕ੍ਰਾਈਬਡ, ਹੁਣ ਇੱਥੇ ਅਸੀਂ ਰੂਲਸ ਦੇਖਦੇ ਹਾਂ ਕਿ ਜਦੋਂ ਅਸੀਂ ਇਸ ਦੀ ਅਕਾਊਂਟਿੰਗ ਕਰਨੀ ਹੈ ਤਾਂ ਉਹਦੇ ਲਈ ਸਾਨੂੰ ਰੂਲਸ ਕੀ ਕਹਿੰਦੇ ਆ। ਪਾਰਟਨਰਸ਼ਿਪ ਜਿਹੜਾ ਐਕਟ ਹੈ 1932, ਉਹ ਸਾਨੂੰ ਬੇਸਿਕਲੀ ਜਿਹੜੇ 2 ਮੈਥਡਸ ਹੈ ਉਹ ਸੁਜੈਸਟ ਕਰਦਾ ਹੈ ਕਿ ਜਿਨ੍ਹਾਂ ਦੇ ਥਰੂ ਜਿਹੜਾ ਕੈਪੀਟਲ ਅਕਾਊਂਟ ਬਣ ਸਕਦੇ ਆ। ਉਹ ਸੁਜੈਸ਼ਨ ਜਿਹੜਾ ਹੈ ਉਹ ਪਾਰਟਨਰ ਨੇ ਮੰਨਣਾ ਹੁੰਦਾ ਕਿ ਉਹ ਸੁਜੈਸ਼ਨ ਕਿਸ ਤਰ੍ਹਾਂ ਉਹਨੂੰ ਅਡੋਪਟ ਕਰਦੇ ਆ, ਕਿਆ ਉਸ ਸੁਜੈਸ਼ਨ ਨੂੰ ਐਜ਼ ਇਟ ਇਜ਼ ਲੈਂਦੇ ਆ, ਮਤਲਬ ਕਿ ਆਪਣੇ ਅਕੋਰਡਿੰਗ ਜਿਹੜਾ ਵੀ ਮੈਥਡ ਉਹਨਾਂ ਨੇ ਅਡੋਪਟ ਕਰਨਾ ਹੁੰਦਾ ਹੈ। ਕਿਹੜੇ ਸਾਨੂੰ ਸੁਜੈਸ਼ਨ ਦਿੱਤੇ ਗਏ ਕਿ ਤੁਸੀਂ ਕੈਪੀਟਲ ਅਕਾਊਂਟ ਜਿਹੜੇ ਹੈ ਉਹ ਫਿਕਸ ਰੱਖ ਸਕਦੇ ਹੋ ਜਾਂ ਉਹਨਾਂ ਨੂੰ ਫਲਕਚੁਏਟਿੰਗ ਨੇਚਰ ਦੇ ਵੀ ਰੱਖ ਸਕਦੇ ਹੋ। ਸੋ ਇਹ ਪਾਰਟਨਰ ਦੇ ਉੱਪਰ ਹੈ ਕਿ ਉਹ ਆਪਣੀ ਪਾਰਟਨਰਸ਼ਿਪ ਡੀਡ ਦੇ ਵਿੱਚ ਕਿਹੜਾ ਸੁਜੈਸ਼ਨ ਜਿਹੜਾ ਹੈ ਉਹਨੂੰ ਸਿਲੈਕਟ ਕਰਦੇ ਆ। ਕਲੀਅਰ? ਸੋ ਆਪਾਂ 1 ਬਾਏ 1 ਅਸੀਂ ਇਹਨਾਂ ਦਾ ਮੀਨਿੰਗ ਦੇਖਦੇ ਹਾਂ। ਇਹੀ ਚੀਜ਼ ਜਿਹੜੀ ਆਪਾਂ ਗੱਲ ਕਰ ਹਟੇ, ਇਹੀ ਚੀਜ਼ ਡਾਇਗਰਾਮੈਟਿਕ ਫਾਰਮ ਦੇ ਵਿੱਚ ਦਿੱਤੀ ਗਈ ਕਿ ਕੈਪੀਟਲ ਅਕਾਊਂਟ ਜਿਹੜੇ ਹੈ ਉਹ 2 ਤਰ੍ਹਾਂ ਦੇ ਹੁੰਦੇ ਆ, ਇੱਕ ਫਿਕਸ ਨੇਚਰ ਦਾ, ਇੱਕ ਫਲਕਚੁਏਟਿੰਗ ਨੇਚਰ ਦਾ। ਔਰ ਜਦੋਂ ਅਸੀਂ ਫਿਕਸ ਨੇਚਰ ਦਾ ਕੈਪੀਟਲ ਅਕਾਊਂਟ ਪ੍ਰੀਪੇਅਰ ਕਰਦੇ ਹਾਂ, ਜਦੋਂ ਪਾਰਟਨਰਸ ਇਹ ਅਜ਼ਿਊਮ ਕਰਕੇ ਚੱਲਦੇ ਆ ਕਿ ਉਹਨਾਂ ਨੇ ਫਿਕਸ ਨੇਚਰ ਰੱਖਣੀ ਹੈ, ਤਾਂ ਉਹਨਾਂ ਨੂੰ ਇਹਦੇ ਅੰਦਰ ਜਿਹੜੇ 2 ਅਕਾਊਂਟ ਸੈਪਰੇਟਲੀ ਪ੍ਰੀਪੇਅਰ ਕਰਨੇ ਪੈਂਦੇ ਆ। ਕਲੀਅਰ? ਇਹਨਾਂ ਦੇ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਲੇਕਿਨ ਜਦੋਂ ਉਹਨਾਂ ਨੇ ਸੋਚਿਆ ਕਿ ਫਲਕਚੁਏਟਿੰਗ ਨੇਚਰ ਦਾ ਕੈਪੀਟਲ ਅਕਾਊਂਟ ਰੱਖਣਾ ਹੈ, ਦੈਨ ਉਹ ਸਿਰਫ ਇੱਕ ਹੀ ਅਕਾਊਂਟ ਜਿਹੜਾ ਹੈ ਇਹਦੇ ਲਈ ਪ੍ਰੀਪੇਅਰ ਕਰਨਗੇ। ਠੀਕ ਹੈ, ਹੁਣ ਅਸੀਂ ਇਹਦੇ ਬਾਰੇ ਅੱਗੇ ਗੱਲ ਕਰਦੇ ਹਾਂ। ਫਿਕਸ ਕੈਪੀਟਲ ਅਕਾਊਂਟ ਜਿਹੜੇ ਹੈ ਕੀ ਹੁੰਦੇ ਆ? ਅੰਡਰ ਦਿਸ ਮੈਥਡ, ਹਾਂਜੀ, ਫਿਕਸ ਨੇਚਰ ਦੇ ਅੰਦਰ ਕੀ ਲਿਖਿਆ? ਅੰਡਰ ਦਿਸ ਮੈਥਡ ਕੈਪੀਟਲ ਅਕਾਊਂਟਸ ਆਫ ਦਾ ਪਾਰਟਨਰਸ ਰਿਮੇਨ ਫਿਕਸ। ਕਿ ਜਦੋਂ ਉਹਨਾਂ ਨੇ ਇਹ ਮੈਥਡ ਨੂੰ ਅਡੋਪਟ ਕਰ ਲਿਆ, ਦੈਨ ਜੋ ਉਹਨਾਂ ਦੇ ਕੈਪੀਟਲ ਅਕਾਊਂਟ ਹੋਣਗੇ ਉਸ ਨੂੰ ਰਿਮੇਨਸ ਕੀ ਰੱਖਦੇ ਆ? ਫਿਕਸ ਹੀ ਰੱਖਣਗੇ, ਵਿਚ ਮੀਨਸ ਦੇਅਰ ਵਿਲ ਬੀ ਨੋ ਚੇਂਜ ਇਨ ਦਾ ਕੈਪੀਟਲ ਅਕਾਊਂਟ। ਕਿ ਸਾਲ ਦੇ ਦੌਰਾਨ ਉਹ ਜੋ ਵੀ ਚੇਂਜਸ ਕਰਦੇ ਆ, ਉਹਨਾਂ ਨੇ ਸੈਲਰੀਜ਼ ਲੈਣੀਆਂ, ਇੰਟਰਸਟ ਲੈਣਾ ਫਰਮ ਤੋਂ, ਡਰਾਇੰਗਸ ਉਹਨਾਂ ਨੇ ਵਿਡਰੋਲ ਕਰ ਲਈਆਂ, ਵਟ ਐਵਰ ਉਹ ਜੋ ਵੀ ਕੁਛ ਕਰਦੇ ਆ, ਪ੍ਰੋਫਿਟ 'ਚੋਂ ਵੀ ਹਿੱਸਾ ਲੈਂਦੇ ਆ, ਉਹਨਾਂ ਦੇ ਨਾਲ ਕੈਪੀਟਲ ਦੇ ਅਕਾਊਂਟ ਉੱਪਰ ਕੋਈ ਵੀ ਫਰਕ ਨਹੀਂ ਪੈਂਦਾ। ਕੈਪੀਟਲ ਅਕਾਊਂਟ ਉਹਦੇ ਨਾਲ ਚੇਂਜ ਨਹੀਂ ਹੋਊਗਾ ਅਨਲੈਸ, ਇੱਥੇ ਇੱਕ ਗੱਲ ਲਿਖੀ ਆ ਅਨਲੈਸ, ਹੁਣ ਇਹਨੂੰ ਪੜ੍ਹੀਏ ਧਿਆਨ ਨਾਲ। ਕੀ ਲਿਖਿਆ? ਦੇਅਰ ਇਜ਼ ਐਨੀ ਐਡੀਸ਼ਨ ਔਰ ਵਿਡਰੋਲ ਆਫ ਕੈਪੀਟਲ। ਹੁਣ ਇਹ ਕੀ ਲਿਖਿਆ? ਦੇਖੋ ਕੈਪੀਟਲ ਦੇ ਅੰਦਰ ਅਗਰ ਕੋਈ ਐਡੀਸ਼ਨ ਕੀਤੀ ਜਾਂ ਕੈਪੀਟਲ ਹੀ ਉਹਨਾਂ ਨੇ ਵਿਡਰੋ ਕੀਤੀ, ਤਦ ਜਿਹੜੇ ਉਹਨਾਂ ਦੇ ਕੈਪੀਟਲ ਅਕਾਊਂਟਸ ਹੈ ਉਹ ਚੇਂਜ ਹੋ ਜਾਣਗੇ। ਕਲੀਅਰ? ਸੋ ਇਹਦੇ ਨਾਲ ਸਾਨੂੰ ਉਸ ਲਾਈਨ ਦਾ ਮੀਨਿੰਗ ਪਤਾ ਲੱਗ ਗਿਆ ਕਿ ਕੀ ਲਿਖਿਆ ਸੀ, ਕਿ ਦੇਅਰ ਵਿਲ ਬੀ ਨੋ ਚੇਂਜ ਇਨ ਦਾ ਕੈਪੀਟਲ ਅਕਾਊਂਟ, ਕਿ ਉਹਦੇ ਅੰਦਰ ਕੋਈ ਚੇਂਜ ਨਹੀਂ ਆਊਗਾ ਅਨਲੈਸ ਕਦੋਂ ਤੱਕ? ਜਦੋਂ ਤੱਕ ਕੈਪੀਟਲ ਦੇ ਵਿੱਚ ਹੀ ਕੋਈ ਐਡੀਸ਼ਨ ਨਾ ਕੀਤੀ ਜਾਵੇ ਜਾਂ ਕੈਪੀਟਲ ਦੇ ਵਿੱਚ ਹੀ ਕੋਈ ਵਿਡਰੋਲ ਨਾ ਕੀਤੀ ਜਾਵੇ। ਸੋ ਜਦੋਂ ਅਸੀਂ ਇਸ ਮੈਥਡ ਨੂੰ ਅਡੋਪਟ ਕਰਦੇ ਹਾਂ ਤਾਂ ਸਾਨੂੰ 2 ਤਰ੍ਹਾਂ ਦੇ ਜਿਹੜੇ ਅਕਾਊਂਟ ਹੈ ਉਹ ਬਣਾਉਣੇ ਪੈਂਦੇ ਆ। ਫਸਟ ਇਜ਼ ਪਾਰਟਨਰਸ ਕੈਪੀਟਲ ਅਕਾਊਂਟ, ਦੂਸਰਾ ਜਿਹੜਾ ਹੈ ਕਰੰਟ ਅਕਾਊਂਟ।
ਹੁਣ ਇੱਥੇ ਕੈਪੀਟਲ ਅਕਾਊਂਟ ਜਿਹੜਾ ਹੈ ਦੇਖੋ ਇਹ ਆਪਣੇ ਆਪ ਦੇ ਉੱਪਰ ਸਾਨੂੰ ਪਤਾ ਕਿ ਕੀ ਰਹਿ ਗਿਆ, ਇਹ ਫਿਕਸ ਨੇਚਰ ਦਾ ਹੋ ਗਿਆ। ਸੋ ਜੋ ਅਸੀਂ ਫਲਕਚੁਏਸ਼ਨਸ ਕਰਨੀ ਹੈ, ਜੋ ਪਾਰਟਨਰਸ ਨੂੰ ਅਸੀਂ ਦੇਣਾ ਹੈ, ਤਾਂ ਉਹ ਹਿਸਾਬ ਕਿਤਾਬ ਅਸੀਂ ਕਿੱਥੇ ਰੱਖਾਂਗੇ, ਉਹਦੇ ਲਈ ਅਸੀਂ ਸੈਪਰੇਟਲੀ ਜਿਹੜਾ ਹੈ ਕਰੰਟ ਅਕਾਊਂਟ ਪ੍ਰੀਪੇਅਰ ਕਰਾਂਗੇ। ਕਲੀਅਰ। ਸੋ ਅਸੀਂ ਇਹਨਾਂ ਨੂੰ ਅੱਗੇ ਦੇਖਦੇ ਹਾਂ ਕਿ ਇਹਨਾਂ ਨੂੰ ਬਣਾਉਣਾ ਕਿਵੇਂ ਆ ਅਸੀਂ। ਹਾਂਜੀ, ਸੋ ਪਾਰਟਨਰ ਕੈਪੀਟਲ ਅਕਾਊਂਟ ਦੀ ਗੱਲ ਕਰੀਏ ਤਾਂ ਉਹ ਰਿਮੇਨ ਫਿਕਸ ਸੀ। ਠੀਕ ਹੈ, 2 ਅਕਾਊਂਟ ਇਸ 'ਚ ਸਾਨੂੰ ਪ੍ਰੀਪੇਅਰ ਕਰਨੇ ਪਏ, ਇੱਕ ਪਾਰਟਨਰ ਦਾ ਕੈਪੀਟਲ ਅਕਾਊਂਟ ਬਣਾਉਣਾ ਪਿਆ, ਦੂਸਰਾ ਸਾਨੂੰ ਸੈਪਰੇਟਲੀ ਕਰੰਟ ਅਕਾਊਂਟ ਜਿਹੜਾ ਹੈ ਪ੍ਰੀਪੇਅਰ ਕਰਨਾ ਪਿਆ। ਬਣਨਗੇ ਕਿਸ ਤਰ੍ਹਾਂ ਉਹ ਅਸੀਂ ਦੇਖਦੇ ਹਾਂ। ਫਸਟ ਹੈ ਕੈਪੀਟਲ ਅਕਾਊਂਟ, ਉਸ ਦੇ ਅੰਦਰ ਓਪਨਿੰਗ ਬੈਲੈਂਸ ਤੋਂ ਅਸੀਂ ਸਟਾਰਟ ਕਰਦੇ ਹਾਂ। ਕੈਪੀਟਲ ਦਾ ਓਪਨਿੰਗ ਬੈਲੈਂਸ ਸਾਨੂੰ ਗਿਵਨ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਜੋ ਇਹ 'ਚ ਚੇਂਜ ਆਏਗੀ ਉਹ ਕਾਰਨ ਕੀ ਹੈ ਉਸ ਦਾ, ਕਿ ਅਗਰ ਉਹਨਾਂ ਨੇ ਕੈਸ਼ ਹੋਰ ਫਰਮ ਦੇ ਵਿੱਚ ਇੰਟਰੋਡਿਊਸ ਕੀਤਾ ਤਦ ਚੇਂਜ ਆਊਗੀ, ਅਦਰਵਾਈਜ਼ ਇਹਦੇ ਨਾਲ ਚੇਂਜ ਜਿਹੜੀ ਹੈ ਉਹ ਨਹੀਂ ਆਊਗੀ। ਅਤੇ ਅਗਰ ਉਹਨਾਂ ਨੇ ਕੈਪੀਟਲ ਦੇ ਵਿੱਚੋਂ ਹੀ ਕੋਈ ਕੈਸ਼ ਨੂੰ ਵਿਡਰੋ ਕਰਾਉਂਦੇ ਆ ਤਾਂ ਅਸੀਂ ਜਿਹੜਾ ਹੈ ਉਹ ਇਸ ਸਾਈਡ 'ਤੇ ਰੱਖ ਲੈਣਾ ਔਰ ਅਸੀਂ ਕੈਪੀਟਲ ਉਹਦੇ ਨਾਲ ਡਾਊਨ ਕਰ ਦੇਣੀ ਆ। ਕਲੀਅਰ। ਸੋ ਇਸ ਅਕਾਊਂਟ ਦੇ ਅੰਦਰ ਅਗਰ ਕੋਈ ਐਡੀਸ਼ਨ ਨਹੀਂ ਹੈ, ਅਗਰ ਕੋਈ ਵਿਡਰੋਲ ਨਹੀਂ ਹੈ, ਤਾਂ ਜਿੰਨਾ ਓਪਨਿੰਗ ਬੈਲੈਂਸ ਹੋਊਗਾ ਉਹੀ ਉਹਨਾਂ ਦਾ ਕਲੋਜ਼ਿੰਗ ਬੈਲੈਂਸ ਵੀ ਹੋਊਗਾ। ਕਲੀਅਰ। ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਇੱਥੇ ਕਿ ਅਗਰ ਸਪੋਜ਼ ਕਰੋ A ਪਾਰਟਨਰ ਹੈ, B ਨਾਲ ਪਾਰਟਨਰ ਹੈ, ਦੋਨਾਂ ਨੇ ਕੈਪੀਟਲ ਲਗਾਈ 1/4/2018 ਨੂੰ ਔਰ 31 ਮਾਰਚ 2019 ਤੱਕ ਉਹਨਾਂ ਨੇ ਕੋਈ ਐਡੀਸ਼ਨਲ ਕੈਪੀਟਲ ਨਹੀਂ ਲਗਾਈ, ਕੋਈ ਉਹਨਾਂ ਨੇ ਕੈਪੀਟਲ ਵਿਡਰੋਲ ਨਹੀਂ ਕੀਤੀ। ਹਾਂ, ਡਰਾਇੰਗਸ ਕੀਤੀਆਂ ਹੋਣਗੀਆਂ ਉਹ ਸੈਪਰੇਟ ਹੈ, ਲੇਕਿਨ ਕੈਪੀਟਲ ਵਿਡਰੋਲ ਨਹੀਂ ਹੈਗੀ। ਤਾਂ ਜਿੰਨਾ ਉਹਨਾਂ ਨੇ 1/4/2018 ਨੂੰ ਬੈਲੈਂਸ ਲਗਾਇਆ ਸੀ ਓਨਾ ਹੀ ਬੈਲੈਂਸ 31 ਮਾਰਚ 2019 ਨੂੰ ਬੈਲੈਂਸ ਸ਼ੀਟ ਦੇ ਅੰਦਰ ਸ਼ਿਫਟ ਕਰ ਦਿੱਤਾ ਜਾਊਗਾ। ਰਾਈਟ, ਉਹਦੇ ਅੰਦਰ ਕੋਈ ਚੇਂਜ ਨਹੀਂ ਕੀਤੀ ਜਾਊਗੀ। ਇਹ ਤੁਸੀਂ ਬੜਾ ਧਿਆਨ ਨਾਲ ਦਿਮਾਗ ਦੇ ਵਿੱਚ ਰੱਖਣੀ ਹੈ ਚੀਜ਼ ਇਹ, ਕਿ ਜਦੋਂ ਕੈਪੀਟਲ ਅਕਾਊਂਟ ਫਿਕਸ ਹੈ ਤਾਂ ਅਸੀਂ ਕੈਪੀਟਲ ਦੇ ਅੰਦਰ ਕੋਈ ਚੇਂਜ ਨਹੀਂ ਕਰਨੀ ਅਨਲੈਸ ਜਦ ਤੱਕ ਐਡੀਸ਼ਨਲ ਕੈਪੀਟਲ ਨਾ ਲੱਗੀ ਹੋਵੇ ਜਾਂ ਕੈਪੀਟਲ ਵਿਡਰੋਲ ਨਾ ਹੋਵੇ। ਕਲੀਅਰ। ਫਿਰ ਬਾਕੀ ਚੇਂਜਸ ਅਸੀਂ ਕਿੱਥੇ ਕਰਾਂਗੇ, ਉਹਦੇ ਲਈ ਸਾਨੂੰ ਇੱਕ ਸੈਪਰੇਟ ਅਕਾਊਂਟ ਬਣਾਉਣਾ ਪਊਗਾ, ਦੈਟ ਇਜ਼ ਪਾਰਟਨਰਸ ਕਰੰਟ ਅਕਾਊਂਟ। ਹੁਣ ਕਰੰਟ ਅਕਾਊਂਟ ਇੱਕ ਚਾਲੂ ਖਾਤਾ ਹੁੰਦਾ, ਜਿਵੇਂ ਅਸੀਂ ਬੈਂਕ ਦੇ ਅੰਦਰ ਇੱਕ FD ਅਕਾਊਂਟ ਓਪਨ ਕਰਾਉਂਦੇ ਹਾਂ, ਇੱਕ ਸੇਵਿੰਗ ਅਕਾਊਂਟ ਓਪਨ ਕਰਾਉਂਦੇ ਹਾਂ। ਰਾਈਟ, FD ਅਕਾਊਂਟ ਕੀ ਹੈ ਕਿ ਸਾਡਾ ਜਿੰਨਾ ਵੀ ਉਸ 'ਚ ਫਿਕਸ ਡਿਪੋਜ਼ਿਟ ਕਰਾਇਆ ਹੋਇਆ ਉਹ ਡਿਪੋਜ਼ਿਟ ਰਹੂਗਾ, ਉਹ 'ਚ ਚੇਂਜਸ ਨਹੀਂ ਆਉਣਗੀਆਂ ਔਰ ਅਸੀਂ ਜੋ ਮੰਥਲੀ ਵਿਡਰੋਲ ਜਾਂ ਐਡੀਸ਼ਨਸ ਕਰਾ ਰਹੇ ਹਾਂ ਉਹ ਸਾਡੇ ਸੇਵਿੰਗ ਅਕਾਊਂਟ ਦੇ ਥਰੂ ਹੋਣਗੀਆਂ। ਕਲੀਅਰ। ਐਸੇ ਤਰ੍ਹਾਂ ਫਰਮ ਕਰਦੀ ਹੈ ਕਿ ਜਦੋਂ ਉਹਨਾਂ ਨੇ ਕੈਪੀਟਲ ਅਕਾਊਂਟ ਨੂੰ ਫਿਕਸ ਕਰ ਦਿੱਤਾ ਤਾਂ ਉਹ ਪਾਰਟਨਰ ਦੇ ਕਰੰਟ ਅਕਾਊਂਟ ਓਪਨ ਕਰਦੀ ਹੈ। ਹੁਣ ਜਿਵੇਂ ਸਾਲ ਦਰ ਸਾਲ ਚੱਲੀ ਜਾਊਗਾ ਤਾਂ ਪਾਰਟਨਰ ਦੇ ਕਰੰਟ ਅਕਾਊਂਟ ਦੇ ਬੈਲੈਂਸ ਵੀ ਨਾਲ ਨਾਲ ਰੋਟੇਟ ਹੋਈ ਜਾਣਗੇ। ਕਲੀਅਰ। ਹੁਣ ਇਹ ਵੀ ਹੋ ਸਕਦਾ ਹੈ ਕਿ ਕੋਈ ਪਾਰਟਨਰ ਜਿਹੜਾ ਹੈ ਉਹ ਜ਼ਿਆਦਾ ਵਿਡਰੋਲਸ ਪਹਿਲਾਂ ਕਰ ਚੁੱਕਿਆ, ਉਹਨੇ ਪਹਿਲਾਂ ਕੋਈ ਐਸੈਟ ਵੀ ਫਰਮ ਦੀ ਵਿਡਰੋ ਕਰ ਲਈ, ਟੇਕ ਓਵਰ ਕਰਕੇ ਆਪਣੇ ਘਰ ਲੈ ਗਿਆ। ਕੰਪਿਊਟਰ ਪਿਆ ਸੀ, ਸਟਾਕ ਪਿਆ ਸੀ, ਉਹਨੂੰ ਉਠਾਇਆ ਆਪਣੀ ਦੁਕਾਨ 'ਤੇ ਸ਼ਿਫਟ ਕਰ ਲਿਆ, ਕੰਪਿਊਟਰ ਆਪਣੇ ਘਰ ਲੈ ਗਿਆ। ਸੋ ਉਹਦੇ ਨਾਲ ਉਹਦਾ ਜਿਹੜਾ ਕਰੰਟ ਅਕਾਊਂਟ ਦਾ ਬੈਲੈਂਸ ਹੈ ਇਟ ਕੁਡ ਬੀ ਨੈਗੇਟਿਵ ਹੋ ਸਕਦਾ। ਇੱਕ ਦਾ ਪੋਜ਼ੀਟਿਵ ਹੈ, ਇੱਕ ਦਾ ਨੈਗੇਟਿਵ ਹੈ। ਪੋਜ਼ੀਟਿਵ ਮੀਨਸ ਕਿ ਫਰਮ ਨੇ ਉਸਨੂੰ ਕੁਝ ਦੇਣਾ, ਉਹ ਪਾਰਟਨਰ ਲਈ ਪੋਜ਼ੀਟਿਵ ਹੈ, ਫਰਮ ਲਈ ਤਾਂ ਠੀਕ ਹੈ, ਉਹ ਲਾਇਬਿਲਿਟੀ ਹੋਏਗੀ। ਕਲੀਅਰ। ਨੈਗੇਟਿਵ ਦਾ ਮਤਲਬ ਕਿ ਉਹਨੇ ਪਹਿਲਾਂ ਹੀ ਫਰਮ ਤੋਂ ਬਹੁਤ ਕੁਝ ਲੈ ਰੱਖਿਆ, ਇਟ ਮੀਨਸ ਹੁਣ ਉਸਨੇ ਫਰਮ ਨੂੰ ਪੇ ਕਰਨਾ, ਸੋ ਫਰਮ ਦੀ ਐਸੈਟ ਹੋਊਗੀ। ਸੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਰੰਟ ਅਕਾਊਂਟ ਦੇ ਜਿਹੜੇ ਬੈਲੈਂਸ ਹੈ ਦੈਟ ਕੁਡ ਬੀ ਉਹ ਲਾਇਬਿਲਿਟੀ ਸਾਈਡ 'ਤੇ ਵੀ ਸ਼ੋ ਹੋ ਸਕਦੇ ਆ ਅਤੇ ਉਹ ਐਸੈਟ ਸਾਈਡ 'ਤੇ ਵੀ ਸ਼ੋ ਹੋ ਸਕਦੇ ਆ। ਕਲੀਅਰ। ਸੋ ਇਹ ਧਿਆਨ ਨਾਲ ਦੇਖਣਾ ਕਿ ਜਦੋਂ ਫਿਕਸ ਹੋਊਗੀ ਕੈਪੀਟਲ ਤਾਂ ਕਰੰਟ ਅਕਾਊਂਟ ਦੇ ਬੈਲੈਂਸ ਜਿਹੜੇ ਹੈ ਉਹ ਕਿਸ ਸਾਈਡ 'ਤੇ ਦਿੱਤੇ ਹੋਏ ਆ, ਇਹਨੂੰ ਬੜਾ ਧਿਆਨ ਨਾਲ ਦੇਖਣਾ। ਤਾਂ ਦੋਨੋਂ ਸਾਈਡ 'ਤੇ ਹੋ ਸਕਦੇ ਆ, ਪਜ਼ਲ ਨਹੀਂ ਹੋਣਾ ਕਿ ਕਿਉਂ ਆ, ਉਹਦਾ ਕਾਰਨ ਤੁਹਾਨੂੰ ਦੱਸ ਦਿੱਤਾ ਮੈਂ। ਕਈ ਵਾਰ ਪਾਰਟਨਰ ਜਿਹੜਾ ਹੈ ਉਹ ਕੋਈ ਐਸੈਟ ਵਿਡਰੋ ਕਰਕੇ ਲੈ ਜਾਂਦਾ ਹੈ, ਜਿਸ ਦੇ ਕਰਕੇ ਉਹਦਾ ਕਰੰਟ ਅਕਾਊਂਟ ਜਿਹੜਾ ਹੈ ਉਹ ਸ਼ਾਰਟਫਾਲ 'ਚ ਚਲਾ ਜਾਂਦਾ, ਮੀਨਸ ਕਿ ਉਹ ਐਸੈਟ ਸਾਈਡ 'ਤੇ ਖੜ੍ਹ ਜਾਂਦਾ। ਹੁਣ ਫਰਮ ਦੀ ਤਰਫ ਉਹਦੀ ਕੋਈ ਓਬਲੀਗੇਸ਼ਨ ਬਣਦੀ ਹੋਊਗੀ, ਸੋ ਜਿਹੜੀ ਸਾਈਡ 'ਤੇ ਉਹ ਬੈਲੈਂਸ ਹੋਊਗਾ ਅਸੀਂ ਉਸ ਤੋਂ ਉਲਟ ਸਾਈਡ 'ਤੇ ਉਸ ਨੂੰ ਸ਼ਿਫਟ ਕਰ ਲੈਣਾ। ਅਗਰ ਲਾਇਬਿਲਿਟੀ ਸਾਈਡ 'ਤੇ ਬੈਲੈਂਸ ਗਿਵਨ ਹੈ ਤਾਂ ਅਸੀਂ ਉਸ ਨੂੰ ਕੀ ਕਰਨਾ ਹੈ, ਬਾਏ ਬੈਲੈਂਸ ਬਰੋਡ ਡਾਊਨ। ਅਗਰ ਉਹੀ ਬੈਲੈਂਸ ਐਸਿਡ ਸਾਈਡ 'ਤੇ ਗਿਵਨ ਹੈ, ਨੈਗੇਟਿਵ ਹੈ, ਤਾਂ ਮੀਨਸ ਫਰਮ ਕੀ ਕਰੂਗੀ, ਟੂ ਬੈਲੈਂਸ ਬਰੋਡ ਡਾਊਨ ਕਰੂਗੀ। ਦੇਖੋ ਐਸਿਡਸ ਦੇ ਬੈਲੈਂਸ ਜਿਹੜੇ ਆ ਸਾਰੇ ਉਹ ਡੈਬਿਟ ਸਾਈਡ 'ਤੇ ਉਠਾਏ ਜਾਂਦੇ ਆ ਔਰ ਜੋ ਲਾਇਬਿਲਿਟੀ ਦੇ ਬੈਲੈਂਸ ਹੁੰਦੇ ਆ ਉਹ ਸਾਰੇ ਕ੍ਰੈਡਿਟ ਸਾਈਡ 'ਤੇ ਉਠਾਏ ਜਾਂਦੇ ਆ। ਉਸ ਤੋਂ ਬਿਨਾਂ ਜੋ ਅਸੀਂ ਫਰਮ ਨੇ ਪਾਰਟਨਰਸ ਨੂੰ ਪੇ ਕਰਨਾ ਹੈ ਉਹ ਅਸੀਂ ਕੀ ਪੇ ਕਰਨਾ, ਉਹ ਅਸੀਂ ਦੇਖਿਆ ਹੋਇਆ ਕਿ ਫਰਮ ਜਿਹੜਾ ਹੈ ਉਸ ਤੋਂ ਪਾਰਟਨਰ ਜਿਹੜਾ ਕੀ ਲੈਂਦਾ, ਉਹ ਅਸੀਂ ਸਾਰੇ ਦਾ ਸਾਰਾ ਕ੍ਰੈਡਿਟ ਸਾਈਡ 'ਤੇ ਰੱਖ ਦੇਣਾ, ਕਿਉਂਕਿ ਉਹਦੇ ਨਾਲ ਫਰਮ ਜਿਹੜੀ ਹੈ ਆਪਣੀ ਓਬਲੀਗੇਸ਼ਨ ਨੂੰ ਹੌਲੀ ਹੌਲੀ ਵਧਾਉਂਦੀ ਰਹਿੰਦੀ ਹੈ। ਤਾਂ ਕੀ ਹੋ ਸਕਦਾ, ਉਹ ਸੈਲਰੀਜ਼ ਹੋ ਸਕਦੀਆਂ, ਉਹ ਬੋਨਸ ਹੋ ਸਕਦਾ ਹੈ, ਉਹ ਕਮਿਸ਼ਨ ਹੋ ਸਕਦਾ ਹੈ, ਉਹ ਉਹਨਾਂ ਦੇ ਕੈਪੀਟਲ ਦੇ ਉੱਪਰ ਲੱਗਿਆ ਹੋਇਆ ਇੰਟਰਸਟ ਹੋ ਸਕਦਾ ਹੈ, ਉਹ ਐਪਰੋਪਰੀਏਸ਼ਨ ਤੋਂ ਮਿਲਣ ਵਾਲਾ ਉਹਨਾਂ ਦਾ ਪ੍ਰੋਫਿਟ ਦਾ ਸ਼ੇਅਰ ਹੋ ਸਕਦਾ ਹੈ। ਪ੍ਰੋਫਿਟ ਐਂਡ ਲਾਸ ਐਪਰੋਪਰੀਏਸ਼ਨ ਅਸੀਂ ਅਕਾਊਂਟ ਕੀਤਾ ਸੀ, ਠੀਕ ਹੈ ਨਾ। ਸੋ ਉਸ ਤੋਂ ਮਿਲਣ ਵਾਲਾ ਪ੍ਰੋਫਿਟ ਦਾ ਹਿੱਸਾ ਹੋ ਸਕਦਾ ਹੈ,
ਉਸ ਤੋਂ ਬਾਅਦ ਉਹਨਾਂ ਨੇ ਹੁਣ ਜੋ ਫਰਮ ਨੇ ਪਾਰਟਨਰ ਤੋਂ ਲੈਣਾ ਹੈ, ਜਾਂ ਇਹ ਕਹਿ ਲਓ ਕਿ ਉਹਦੀ ਕੈਪੀਟਲ ਦੇ ਵਿੱਚੋਂ ਚੀਜ਼ਾਂ ਉਹਨਾਂ ਨੇ ਕੱਟਣੀਆਂ ਹੈ, ਤਾਂ ਕੀ ਕੱਟਣਾ ਹੋਏਗਾ? ਡਰਾਇੰਗਸ, ਉਹਦੇ ਉੱਪਰ ਲੱਗਿਆ ਜਾਣ ਵਾਲਾ ਇੰਟਰਸਟ, ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ, ਅਗਰ ਉਸ 'ਚ ਲਾਸ ਹੈ ਤਾਂ ਲਾਸ ਦਾ ਹਿੱਸਾ ਉਸ ਤੋਂ ਲੈਣਾ ਹੈ। ਉਸ ਤੋਂ ਬਾਅਦ ਕੀ ਹੈ, ਅਗਰ ਪਾਰਟਨਰ ਦੇਖੋ ਕੋਈ ਐਸਟ ਟੇਕ ਓਵਰ ਕਰਕੇ ਲੈ ਜਾਂਦਾ ਹੈ ਤਾਂ ਉਹਨੂੰ ਵੀ ਅਸੀਂ ਇੱਥੇ ਸ਼ੋ ਕਰ ਦਿੰਦੇ ਹਾਂ ਕਿ ਫਰਮ ਨੇ ਉਸ ਤੋਂ ਪੈਸੇ ਲੈਣੇ ਆ, ਇਹ ਪੈਸਾ ਉਸ ਦਾ ਘਟ ਗਿਆ। ਸੋ ਜਦੋਂ ਅਸੀਂ ਸਾਰੀਆਂ ਚੀਜ਼ਾਂ ਇੱਧਰਲੀ ਸਾਈਡ ਤੋਂ ਪਲੱਸ ਕਰਦੇ ਹਾਂ, ਆ ਸਾਰੀਆਂ ਚੀਜ਼ਾਂ ਉਸ ਤੋਂ ਮਾਈਨਸ ਕਰਦੇ ਹਾਂ, ਤਾਂ ਸਾਡੇ ਕੋਲ ਕੁਝ ਬੈਲੈਂਸ ਬਚਦਾ, ਜਾਂ ਤਾਂ ਉਹ ਇਸ ਸਾਈਡ 'ਤੇ ਬਚੂਗਾ ਜਾਂ ਫਿਰ ਇਸ ਸਾਈਡ 'ਤੇ ਬਚੂਗਾ। ਇਸ ਸਾਈਡ 'ਤੇ ਬਚਣ ਦਾ ਮਤਲਬ ਕੀ ਹੈ ਕਿ ਉਹਦਾ ਬੈਲੈਂਸ ਜਿਹੜਾ ਹੈ ਉਹ ਪਹਿਲਾਂ ਹੀ ਨੈਗੇਟਿਵ ਹੋ ਗਿਆ। ਹੁਣ ਨੈਗੇਟਿਵ ਬੈਲੈਂਸ ਕਿਸ ਸਾਈਡ 'ਤੇ ਜਾਊਗਾ? ਆਪਾਂ ਪਹਿਲਾਂ ਗੱਲ ਕਰਕੇ ਹਟੇ ਕਿ ਇੱਥੋਂ ਅਸੀਂ ਉਠਾ ਕੇ ਉਸ ਨੂੰ ਕਿੱਧਰ ਲੈ ਜਾਣਾ, ਫਿਰ ਐਸਿਡ ਸਾਈਡ 'ਤੇ ਸ਼ਿਫਟ ਕਰ ਦੇਣਾ। ਕਲੀਅਰ? ਇੱਧਰ ਮਤਲਬ ਕਿ ਫਰਮ ਨੇ ਉਸ ਨੂੰ ਕੁਝ ਦੇਣਾ ਹੈ, ਇਹ ਪਾਰਟਨਰ ਦੇ ਲਈ ਇਹ ਕੀ ਹੈ? ਪੋਜ਼ੀਟਿਵ ਬੈਲੈਂਸ ਹੈ। ਸੋ ਇਹ ਜਿਹੜਾ ਬੈਲੈਂਸ ਹੈ ਇਹ ਲਾਇਬਿਲਿਟੀ ਸਾਈਡ ਦੇ ਉੱਪਰ ਸ਼ਿਫਟ ਹੋ ਜਾਏਗਾ ਇੱਥੋਂ। ਕਲੀਅਰ? ਸੋ ਇਹ ਪਜ਼ਲ ਨਹੀਂ ਹੋਣਾ ਇੱਥੋਂ ਕਿ ਜਿਹੜੇ ਕਰੰਟ ਅਕਾਊਂਟ ਆ ਉਸ ਦਾ ਬੈਲੈਂਸ ਜਿਹੜਾ ਹੈ ਉਹ ਕਿੱਧਰ ਬਚੂਗਾ, ਇੱਧਰ ਬਚ ਸਕਦਾ ਹੈ ਕਿ ਨਹੀਂ ਬਚ ਸਕਦਾ, ਡੈਬਿਟ ਸਾਈਡ ਹੀ ਬਚੂਗਾ ਜਾਂ ਕ੍ਰੈਡਿਟ ਸਾਈਡ ਹੀ ਬਚੂਗਾ। ਇਸ ਤਰ੍ਹਾਂ ਦਾ ਕੋਈ ਫੰਡਾਮੈਂਟਲ ਨਹੀਂ ਹੈ ਕਿ ਜਿਸ ਤਰ੍ਹਾਂ ਵੀ ਜਿੱਧਰ ਵੀ ਬੈਲੈਂਸ ਉਸ ਦਾ ਬਚੂਗਾ ਅਸੀਂ ਉਸ ਤੋਂ ਉਹਨੂੰ ਸਾਈਡ ਦੇ ਉੱਪਰ ਸ਼ਿਫਟ ਕਰ ਦਾਂਗੇ ਕਿ ਅਗਰ ਉਹ ਕ੍ਰੈਡਿਟ ਸਾਈਡ 'ਤੇ ਬੈਲੈਂਸ ਬਚ ਰਿਹਾ ਤਾਂ ਇਟ ਮੀਨਸ ਫਰਮ ਨੇ ਉਸ ਤੋਂ ਕੁਝ ਲੈਣਾ, ਅਗਰ ਡੈਬਿਟ ਸਾਈਡ ਬਚ ਰਿਹਾ ਇਟ ਮੀਨਸ ਫਰਮ ਨੇ ਉਸ ਨੂੰ ਕੁਝ ਦੇਣਾ ਹੋਏਗਾ। ਸੋ ਲਾਇਬਿਲਿਟੀ ਜਾਂ ਐਸੈਟ ਸਾਈਡ 'ਤੇ ਅਸੀਂ ਉਸ ਨੂੰ ਸ਼ਿਫਟ ਕਰ ਦਾਂਗੇ। ਕਲੀਅਰ? ਹੁਣ ਅਸੀਂ ਅੱਗੇ ਦੇਖਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਿ ਅਗਰ ਪਾਰਟਨਰ ਦੇ ਕੈਪੀਟਲ ਅਕਾਊਂਟ ਜਿਹੜੇ ਹੈ ਉਹ ਫਲਕਚੁਏਟਿੰਗ ਨੇਚਰ ਦੇ ਹੁੰਦੇ ਆ ਤਾਂ ਫਿਰ ਕੀ ਹੁੰਦਾ ਹੈ? ਦੇਖੋ ਫਲਕਚੁਏਟਿੰਗ ਨੇਚਰ ਦਾ ਮੀਨਸ ਕੀ ਹੈ ਕਿ ਜਦੋਂ ਕੈਪੀਟਲ ਅਕਾਊਂਟ ਹੈ ਤਾਂ ਆਲ ਚੇਂਜਸ ਜਿਹੜੀਆਂ ਨੇ ਸਾਨੂੰ ਉਹ ਸ਼ੈਲ ਮੇਡ ਇਨ ਦੇਅਰ ਕੈਪੀਟਲ ਅਕਾਊਂਟ ਹੀ ਕਰਨਾ ਹੈ। ਸੋ ਇਹਦੇ ਲਈ ਸਾਨੂੰ ਕੋਈ ਸੈਪਰੇਟ ਅਕਾਊਂਟ ਜਿਹੜਾ ਹੈ ਲਾਈਕ ਅਸੀਂ ਜਿਵੇਂ ਕਰੰਟ ਅਕਾਊਂਟ ਬਣਾਇਆ ਸੀ ਸਾਨੂੰ ਇੱਥੇ ਮੇਨਟੇਨ ਕਰਨ ਦੀ ਜ਼ਰੂਰਤ ਨਹੀਂ ਹੋਊਗੀ। ਸਾਡੀਆਂ ਸਾਰੀਆਂ ਚੇਂਜਸ ਜਿਹੜੀਆਂ ਹੈ ਉਹ ਇੱਕ ਹੀ ਅਕਾਊਂਟ ਦੇ ਅੰਦਰ ਹੋ ਜਾਣਗੀਆਂ, ਦੈਟ ਇਜ਼ ਪਾਰਟਨਰਸ ਕੈਪੀਟਲ ਅਕਾਊਂਟ। ਇਹਦੇ ਅੰਦਰ ਹੀ ਸਾਰੀਆਂ ਚੇਂਜਸ ਕਰ ਲੈਣੀਆਂ। ਸੋ ਇਹ ਜਿਹੜਾ ਵੀ ਅਕਾਊਂਟ ਪਾਰਟਨਰ ਨੇ ਬਣਾਉਣਾ ਹੈ ਫਲਕਚੁਏਟਿੰਗ ਰੱਖਣੀ ਹੈ ਨੇਚਰ ਉਸਦੀ ਜਾਂ ਫਿਕਸ ਰੱਖਣੀ ਹੈ, ਇਹ ਸਟਾਰਟਿੰਗ 'ਚੋਂ ਆਪਣੀ ਪਾਰਟਨਰਸ਼ਿਪ ਡੀਡ ਦੇ ਅੰਦਰ ਡਿਸਾਈਡ ਕਰਨਗੇ। ਕਲੀਅਰ? ਹੁਣ ਇਸ ਨੂੰ ਅਸੀਂ ਬਣਾਉਣਾ ਕਿਵੇਂ ਹੈ ਉਹ ਅਸੀਂ ਦੇਖਦੇ ਹਾਂ। ਹਾਂਜੀ, ਪਾਰਟਨਰਸ ਕੈਪੀਟਲ ਅਕਾਊਂਟ ਜਿਹੜਾ ਹੈ ਇਸ ਦੇ ਅੰਦਰ ਦੇਖੋ ਇੱਕ ਹੀ ਅਕਾਊਂਟ ਬਣਨਾ, ਠੀਕ ਹੈ। ਇਸ ਦੇ ਅੰਦਰ ਦੋ ਸੈਪਰੇਟ ਅਕਾਊਂਟ ਨਹੀਂ ਬਣਨੇ, ਇੱਕ ਹੀ ਅਕਾਊਂਟ ਬਣੂਗਾ, ਉਹਦੇ ਅੰਦਰ ਹੀ ਸਾਰੀ ਕੈਪੀਟਲ ਦੀ ਹਿਸਾਬ ਕਿਤਾਬ ਰੱਖਿਆ ਜਾਊਗਾ। ਹਾਂ, ਇਸ ਦੇ ਅੰਦਰ ਜਿਹੜਾ ਹੈ ਕਰੰਟ ਅਕਾਊਂਟ ਦਾ ਕੋਈ ਬੈਲੈਂਸ ਸ਼ਿਫਟ ਨਹੀਂ ਕੀਤਾ ਜਾਊਗਾ ਕਿਉਂਕਿ ਅਸੀਂ ਬਣਾ ਕੀ ਰਹੇ ਹਾਂ, ਅਸੀਂ ਕੈਪੀਟਲ ਅਕਾਊਂਟ ਬਣਾ ਰਹੇ ਹਾਂ ਨਾ ਕਿ ਕਰੰਟ ਅਕਾਊਂਟ। ਸੋ ਉਸ ਦਾ ਬੈਲੈਂਸ ਇਹਦੇ ਅੰਦਰ ਕੰਸੀਡਰ ਨਹੀਂ ਕੀਤਾ ਜਾਊਗਾ। ਕੈਪੀਟਲ ਦਾ ਅਸੀਂ ਓਪਨਿੰਗ ਬੈਲੈਂਸ ਰੱਖ ਲੈਣਾ ਹੈ, ਜਿੰਨੀ ਉਸਨੇ ਡਿਊਰਿੰਗ ਦਾ ਈਅਰ ਐਡੀਸ਼ਨਲ ਕੈਪੀਟਲ ਲਗਾਈ ਹੈ ਉਹ ਅਸੀਂ ਇਸ 'ਚ ਰੱਖ ਦੇਣੀ ਹੈ। ਪਾਰਟਨਰਸ ਨੂੰ ਮਿਲਣ ਵਾਲਾ ਜੋ ਪਾਰਟ ਹੋਊਗਾ ਉਹ ਸੈਲਰੀਜ਼, ਉਹ ਬੋਨਸ, ਕਮਿਸ਼ਨ, ਇੰਟਰਸਟ ਔਨ ਕੈਪੀਟਲ ਜਾਂ ਉਸ ਦੇ ਪ੍ਰੋਫਿਟ ਦਾ ਸ਼ੇਅਰ ਅਸੀਂ 1 ਬਾਏ 1 ਜਿਹੜਾ ਹੈ ਉਸ ਸਾਈਡ 'ਤੇ ਸ਼ਿਫਟ ਕਰ ਦੇਣਾ। ਔਰ ਜੋ ਅਸੀਂ ਪਾਰਟਨਰ ਤੋਂ ਲੈਣਾ ਹੈ, ਕੀ ਲੈਣਾ ਹੋ ਸਕਦਾ ਹੈ? ਹੋ ਸਕਦਾ ਉਹ ਆਪਣੀ ਕੈਪੀਟਲ ਪਹਿਲਾਂ ਹੀ ਵਿਡਰਾਅ ਕਰਕੇ ਲੈ ਗਿਆ, ਜਾਂ ਉਸਨੇ ਡਰਾਇੰਗਸ ਕਢਵਾਈਆਂ, ਜਾਂ ਉਸਨੇ ਉਹਦੇ ਉੱਪਰ ਇੰਟਰਸਟ ਪੇ ਕਰਨਾ ਫਰਮ ਨੂੰ, ਠੀਕ, ਜਾਂ ਉਸਨੇ ਕੋਈ ਲਾਸ ਦਾ ਜਿਹੜਾ ਸ਼ੇਅਰ ਹੈ ਉਹ ਬੀਅਰ ਕਰਨਾ ਹੈ, ਜਾਂ ਕੋਈ ਐਸੈਟ ਟੇਕ ਓਵਰ ਕਰਕੇ ਲੈ ਗਿਆ। ਇਹ ਸਾਰੀਆਂ ਚੀਜ਼ਾਂ ਅਸੀਂ ਇੱਧਰ ਸਾਈਡ 'ਤੇ ਸ਼ਿਫਟ ਕਰ ਦੇਣੀਆਂ। ਔਰ ਜੋ ਕਲੋਜ਼ਿੰਗ ਬੈਲੈਂਸ ਬਚੂਗਾ ਕੈਪੀਟਲ ਦਾ, ਦੇਖੋ ਇੱਥੇ 99% ਚਾਂਸ ਹੁੰਦੇ ਆ ਕਿ ਸਾਡਾ ਕਲੋਜ਼ਿੰਗ ਬੈਲੈਂਸ ਜਿਹੜਾ ਹੈ ਉਹ ਏਸੀ ਸਾਈਡ 'ਤੇ ਬਚੂਗਾ। ਲੇਕਿਨ 1% ਚਾਂਸ ਇਹ ਵੀ ਹੋ ਸਕਦਾ ਕਿ ਜਿਵੇਂ ਪਾਰਟਨਰ ਕੋਈ ਐਸੈਟ ਵਿਡਰਾਅ ਕਰਕੇ ਲੈ ਗਿਆ ਔਰ ਉਸ ਦਾ ਕੈਪੀਟਲ ਦਾ ਬੈਲੈਂਸ ਜਿਹੜਾ ਹੈ ਉਹ ਇਸ ਸਾਈਡ 'ਤੇ ਬਚ ਰਿਹਾ। ਸੋ ਇਟ ਕੁਡ ਪੋਸੀਬਲ, ਅਸੀਂ ਇਹ ਦੇਖ ਕੇ ਕੀ ਲਿਖਿਆ ਨੀਚੇ ਕਿ ਇਟ ਕੁਡ ਪੋਸੀਬਲ ਦੈਟ ਕਲੋਜ਼ਿੰਗ ਬੈਲੈਂਸ ਆਫ ਕੈਪੀਟਲ ਅਕਾਊਂਟ ਓਬਟੇਨ ਔਨ ਕ੍ਰੈਡਿਟ ਸਾਈਡ। ਇਹ ਵੀ ਹੋ ਸਕਦਾ ਕਿ ਸਾਨੂੰ ਉਹ ਕ੍ਰੈਡਿਟ ਸਾਈਡ 'ਤੇ ਮਿਲਣ। ਇਨ ਦੈਟ ਸਿਚੁਏਸ਼ਨ ਸੱਚ ਬੈਲੈਂਸਿਸ ਵਿਲ ਟਰਾਂਸਫਰ ਔਨ ਐਸੈਟ ਸਾਈਡ ਆਫ ਦਾ ਬੈਲੈਂਸ ਸ਼ੀਟ। ਦੇਖੋ ਪਜ਼ਲ ਨਹੀਂ ਹੋਣਾ, ਅਗਰ ਉਹ ਸਾਨੂੰ ਕ੍ਰੈਡਿਟ ਸਾਈਡ 'ਤੇ ਮਿਲ ਜਾਂਦਾ ਹੈ ਦੈਨ ਉਸ ਨੂੰ ਅਸੀਂ ਕੀ ਕਰਾਂਗੇ, ਇੱਥੋਂ ਸਾਡੀ ਐਸੈਟ ਸਾਈਡ ਦੇ ਉੱਪਰ ਸ਼ਿਫਟ ਕਰ ਦਾਂਗੇ। ਠੀਕ ਹੈ, ਰਿਲੇਟਡ ਵਿਦ ਪਾਰਟਨਰ ਲਾਈਕ ਇੰਟਰਸਟ ਔਨ ਲੋਨ। ਜਿਸ ਤਰ੍ਹਾਂ ਦੇਖੋ ਹੁਣ ਕੁਛ ਟ੍ਰਾਂਜੈਕਸ਼ਨਸ ਹੋਣਗੀਆਂ ਜਿਹੜੀਆਂ ਕਿ ਪਾਰਟਨਰ ਨਾਲ ਰਿਲੇਟਡ ਹੁੰਦੀਆਂ, ਲਾਈਕ ਉਹਨਾਂ ਦੇ ਲੋਨ ਦੇ ਉੱਪਰ ਦਿੱਤਾ ਜਾਣ ਵਾਲਾ ਪਾਰਟਨਰ ਨੂੰ ਇੰਟਰਸਟ ਜਾਂ ਪਾਰਟਨਰ ਨੂੰ ਪੇ ਕੀਤਾ ਜਾਣ ਵਾਲਾ ਰੈਂਟ, ਇਹਨੂੰ ਅਸੀਂ ਕੈਪੀਟਲ ਅਕਾਊਂਟ 'ਚ ਨਹੀਂ ਲੈ ਕੇ ਆਉਂਦੇ। ਦੇਖੋ ਹੁਣ ਕਿਉਂ ਨਹੀਂ ਲੈ ਕੇ ਆਉਂਦੇ, ਹੈ ਨਾ, ਕਿਉਂਕਿ ਅਗਰ ਸੋਚੀਏ ਤਾਂ ਹੈ ਤਾਂ ਇਹ ਪਾਰਟਨਰ ਨਾਲ ਰਿਲੇਟਡ ਚੀਜ਼ਾਂ, ਲੇਕਿਨ ਅਸੀਂ ਇਸ ਨੂੰ ਪਾਰਟਨਰ ਕੈਪੀਟਲ ਅਕਾਊਂਟ 'ਚ ਕਿਉਂ ਨਹੀਂ ਲੈ ਕੇ ਆਉਂਦੇ ਜਾਂ ਇਹ ਕਰੰਟ ਅਕਾਊਂਟ 'ਚ ਕਿਉਂ ਨਹੀਂ ਜਾਊਗਾ? ਉਹਦਾ ਕਾਰਨ ਇਹ ਹੈ ਕਿ ਫਰਮ ਨੇ ਜਨਰਲ ਐਕਸਪੈਂਸ ਟਰੀਟ ਕੀਤੇ ਹੁੰਦੇ ਆ। ਠੀਕ ਹੈ, ਜਿਹੜਾ ਲੋਨ ਦਾ ਇੰਟਰਸਟ ਹੁੰਦਾ ਜਾਂ ਪਾਰਟਨਰ ਨੂੰ ਦਿੱਤਾ ਜਾਣ ਵਾਲਾ
ਰੈਂਟ ਹੈ, ਇਹ ਦੋਨੋਂ ਫਰਮ ਦੇ ਲਈ ਜਰਨਲ ਐਕਸਪੈਂਸ ਹੁੰਦੇ ਆ। ਇਹਦੇ ਲਈ ਅਸੀਂ ਜਿਹੜਾ ਟਰੀਟਮੈਂਟ ਹੈ ਇੱਕ ਕੈਸ਼ ਦੇ ਥਰੂ ਕਰ ਲੈਂਦੇ ਹਾਂ, ਦੂਸਰਾ ਅਸੀਂ ਜਿਹੜਾ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਲੈ ਜਾਂਦੇ ਹਾਂ। ਗਾਇਸ ਜਿਹੜੀ ਵੀ ਚੀਜ਼ ਅਸੀਂ ਪਾਰਟਨਰ ਨੂੰ ਕੈਸ਼ ਦੇ ਤੌਰ ਦੇ ਉੱਪਰ ਦੇ ਦਿੱਤੀ, ਉਹਨੂੰ ਅਗਰ ਉਹ ਸੈਲਰੀ ਵੀ ਆਪਣੀ ਕੈਸ਼ ਦੇ ਤੌਰ 'ਤੇ ਲੈ ਗਿਆ ਤਾਂ ਉਸ ਨੂੰ ਅਸੀਂ ਕੈਪੀਟਲ ਅਕਾਊਂਟ 'ਚ ਨਹੀਂ ਫਿਰ ਲੈ ਕੇ ਆਉਣਾ, ਕਿਉਂਕਿ ਦੇਖੋ ਉਹਦੀ ਜਰਨਲ ਐਂਟਰੀ ਕੀ ਬਣੂਗੀ, ਹੈ ਨਾ। ਪਾਰਟਨਰਸ ਦੀ ਜੋ ਸੈਲਰੀ ਸੀ ਉਸ ਨੂੰ ਤੁਸੀਂ ਕੈਸ਼ ਦੇ ਤੌਰ ਦੇ ਉੱਪਰ ਉਹਨੂੰ ਦੇ ਚੁੱਕੇ, ਕੈਪੀਟਲ ਅਕਾਊਂਟ 'ਚ ਉਹ ਚੀਜ਼ ਆਉਣੀ ਹੈ ਜਿਹੜੀਆਂ ਅਸੀਂ ਉਹਨੂੰ ਪ੍ਰੋਵਾਈਡ ਫੋਰ ਕੀਤੀਆਂ, ਅਸੀਂ ਉਹਨੂੰ ਪੇ ਨਹੀਂ ਕੀਤੀਆਂ, ਤਾਂ ਹੀ ਉਹਨੂੰ ਅਸੀਂ ਕੈਪੀਟਲ ਦੇ ਵਿੱਚ ਜੋੜ ਦਿੰਦੇ ਹਾਂ ਔਰ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀ ਸਾਈਡ 'ਤੇ ਸ਼ਿਫਟ ਕਰ ਦਿੰਦੇ ਹਾਂ। ਲਾਇਬਿਲਿਟੀ ਸਾਈਡ 'ਤੇ ਸ਼ਿਫਟ ਕਰਨ ਦਾ ਮਤਲਬ ਕੀ ਹੈ ਕਿ ਉਹ ਹਜੇ ਤੱਕ ਪੇ ਆਊਟ ਨਹੀਂ ਹੋਈਆਂ, ਉਹ ਅਸੀਂ ਉਹਨਾਂ ਨੂੰ ਪੇ ਕਰਨੀ ਹੈ, ਫਰਮ ਦੀ ਓਬਲੀਗੇਸ਼ਨ ਹੈ। ਸੋ ਅਗਰ ਕੁਝ ਉਹਨੂੰ ਪੇ ਹੋ ਜਾਂਦਾ ਹੈ ਤਾਂ ਉਸ ਨੂੰ ਅਸੀਂ ਕੈਪੀਟਲ 'ਚ ਜੋੜ ਨਹੀਂ ਸਕਦੇ, ਠੀਕ ਹੈ। ਸੋ ਇਸ ਚੀਜ਼ ਦਾ ਧਿਆਨ ਰੱਖਣਾ, ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਇਹ ਫਰਮ ਜਿਹੜੀ ਹੈ ਉਸ ਨੂੰ ਜਨਰਲ ਐਕਸਪੈਂਸ ਮੰਨ ਕੇ ਚੱਲਦੀ ਹੈ, ਸੈਪਰੇਟ ਟਰੀਟਮੈਂਟ ਹੈ। ਸੇ ਫॉर ਐਗਜ਼ਾਮਪਲ ਕਿ ਅਗਰ ਰੈਂਟ ਸੀ ਪਾਰਟਨਰ ਨੂੰ ਨਹੀਂ ਪ੍ਰੋਵਾਈਡ ਕੀਤਾ ਗਿਆ, ਫਰਮ ਦੁਆਰਾ ਨਹੀਂ ਦਿੱਤਾ ਗਿਆ, ਤਾਂ ਆਊਟਸਟੈਂਡਿੰਗ ਲਾਇਬਿਲਿਟੀ ਬਣੂਗੀ, ਅਲੱਗ ਤੋਂ ਖੜਾ ਹੋ ਜਾਊਗਾ, ਲੇਕਿਨ ਕੈਪੀਟਲ ਅਕਾਊਂਟ 'ਚ ਨਹੀਂ ਆਉਣਗੇ ਕਿਉਂਕਿ ਜਨਰਲ ਐਕਸਪੈਂਸ ਨੇ ਦੋਨੋਂ, ਠੀਕ ਹੈ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਿ ਪਾਰਟਨਰ ਨੇ ਅਗਰ ਫਰਮ ਨੂੰ ਲੋਨ ਦਿੱਤਾ ਜਾਂ ਪਾਰਟਨਰ ਅਗਰ ਰੈਂਟ ਲੈ ਰਿਹਾ ਤਾਂ ਉਸ ਦਾ ਟਰੀਟਮੈਂਟ ਅਸੀਂ ਜਿਹੜਾ ਹੈ ਉਹ ਕਿੱਥੇ ਕਰਦੇ ਹਾਂ, ਠੀਕ ਹੈ। ਨੈਕਸਟ ਚੱਲਦੇ ਹਾਂ ਆਪਾਂ ਅੱਗੇ, ਇੱਕ ਐਗਜ਼ਾਮਪਲ ਆਪਾਂ ਸੋਲਵ ਕਰਦੇ ਹਾਂ। ਸੋ ਆਪਾਂ ਨੂੰ ਇਹ ਮੈਥਡ ਜਿਹੜਾ ਹੈ ਈਜ਼ੀਲੀ ਸਮਝ ਆ ਜਾਊਗਾ। ਪਹਿਲਾਂ ਅਸੀਂ ਇਸ ਐਗਜ਼ਾਮਪਲ ਨੂੰ ਸਮਝ ਲਈਏ, ਇੱਕ ਐਗਜ਼ਾਮਪਲ 'ਚ ਕੀ ਲਿਖਿਆ ਹੋਇਆ ਹੈ। ਦੋ ਪਾਰਟਨਰ ਹੈ ਸਾਡੇ ਕੋਲ, ਦੋਨੋਂ ਇਕੁਅਲ ਪਾਰਟਨਰਸ ਨੇ ਇੱਕ ਫਰਮ ਦੇ ਅੰਦਰ। 1 ਅਪ੍ਰੈਲ 2018 ਨੂੰ ਉਹਨਾਂ ਦੇ ਕੈਪੀਟਲ ਅਕਾਊਂਟ ਸ਼ੋ ਕਰਦੇ ਆ ਬੈਲੈਂਸ 2 ਲੱਖ ਰੁਪੀਜ਼ ਏ ਦਾ, 1,50,000 ਜਿਹੜਾ ਹੈ ਉਹ ਬੀ ਦਾ ਹੈ। ਕੀ ਟ੍ਰਾਂਜੈਕਸ਼ਨ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ, ਐਡਜਸਟਮੈਂਟਸ ਪ੍ਰੋਵਾਈਡ ਕੀਤੀਆਂ ਗਈਆਂ ਡੀਡ ਦੇ ਅਕੋਰਡਿੰਗ ਕਿ ਪ੍ਰੋਫਿਟ ਜਿਹੜਾ ਸੀ ਉਹ 50,000 ਦੋਨਾਂ ਦੇ ਵਿਚਕਾਰ ਜਿਹੜਾ ਹਿੱਸਾ ਹੈ ਉਹ ਬਣਦਾ ਹੈ। ਦੇਖੋ ਐਪਰੋਪ੍ਰੀਏਸ਼ਨ ਅਕਾਊਂਟ ਬਣਾਉਣ ਦੀ ਲੋੜ ਨਹੀਂ ਸਾਨੂੰ, ਕਿਉਂਕਿ ਸਾਨੂੰ ਇੱਥੇ ਪ੍ਰੋਫਿਟ ਦਾ ਸ਼ੇਅਰ ਆਲਰੇਡੀ ਕੱਢ ਕੇ ਦਿੱਤਾ ਗਿਆ, ਕਲੀਅਰ। ਸੋ ਨੈਕਸਟ ਕੀ ਹੈ ਸਾਡੇ ਕੋਲ, ਇੰਟਰਸਟ ਔਨ ਕੈਪੀਟਲ ਜਿਹੜਾ ਹੈ ਅਸੀਂ 10% ਪ੍ਰੋਵਾਈਡ ਕਰਨਾ ਉਹਨਾਂ ਨੂੰ, ਉਹਨਾਂ ਦੀ ਕੈਪੀਟਲ ਦੇ ਬੈਲੈਂਸ ਦੇ ਉੱਪਰ। ਡਰਾਇੰਗਸ ਜਿਹੜੀ ਹੈ 20,000 ਏ ਨੇ ਕਢਵਾਈ ਹੈ, 15,000 ਜਿਹੜਾ ਬੀ ਨੇ ਵਿਡਰੋ ਕਰਾਈ ਹੈ। ਉਹਦੇ ਉੱਪਰ ਇੰਟਰਸਟ ਜਿਹੜਾ ਬਣਦਾ ਹੈ 2,000 ਰੁਪੀਜ਼ ਜਿਹੜਾ ਏ ਦਾ ਬਣਦਾ ਹੈ ਔਰ 1,500 ਜਿਹੜਾ ਹੈ ਉਹ ਬੀ ਦਾ ਬਣਦਾ ਹੈ। ਇਸ ਤੋਂ ਬਿਨਾਂ ਏ ਜਿਹੜਾ ਹੈ ਸੈਲਰੀ ਲੈ ਰਿਹਾ 3,000 ਪਰ ਮੰਥ, ਬੀ 2,500 ਪਰ ਮੰਥ। You are required to prepare partners capital account when the capital accounts are fixed and capital accounts are fluctuating in nature. ਕਲੀਅਰ। ਹੁਣ ਇਹ ਸਾਰੇ ਕੁਐਸਚਨ ਨੂੰ ਅਸੀਂ ਸਮਝ ਲਿਆ ਕਿ ਕੁਐਸਚਨ ਅੰਦਰ ਕੀ ਦਿੱਤਾ ਹੋਇਆ ਹੈ। ਜੋ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਸਾਰੀਆਂ ਐਪਰੋਪ੍ਰੀਏਸ਼ਨ ਦੀਆਂ ਚੀਜ਼ਾਂ, ਜੋ ਪਾਰਟਨਰ ਨੂੰ ਮਿਲੂਗਾ। ਇਹਦੇ ਵਿੱਚ ਡਰਾਇੰਗ ਹੈ ਜੋ ਪਾਰਟਨਰ ਆਲਰੇਡੀ ਵਿਡਰੋ ਕਰਕੇ ਲੈ ਗਿਆ। ਪ੍ਰੋਫਿਟ ਦਾ ਹਿੱਸਾ ਸੀ, ਹੁਣ ਪਾਰਟਨਰ ਜਿਹੜਾ ਹੈ ਫਰਮ ਨੂੰ ਵਾਪਸ ਕਰੂਗਾ, ਮੀਨਸ ਉਹਦੀ ਕੈਪੀਟਲ ਦੇ ਵਿੱਚੋਂ ਅਸੀਂ ਇਹ ਪਾਰਟ ਕੱਟ ਲਾਂਗੇ, ਕਲੀਅਰ। ਹੁਣ ਆਪਾਂ ਇਹਨੂੰ ਸੋਲਵ ਕਰਦੇ ਆਂਗੇ ਕੁਐਸਚਨ ਨੂੰ। ਦੇਖੋ ਪਹਿਲਾ ਪਾਰਟ ਅਸੀਂ ਲਿਆ ਕਿ ਜਦੋਂ ਪਾਰਟਨਰ ਦੇ ਕੈਪੀਟਲ ਅਕਾਊਂਟ ਕੀ ਸੀ, ਫਿਕਸ ਸੀ। ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਕੋਈ ਐਡੀਸ਼ਨਲ ਕੈਪੀਟਲ ਨਹੀਂ ਦਿੱਤੀ ਹੋਈ, ਇਸ ਕੁਐਸਚਨ 'ਚ ਆਪਾਂ ਨੂੰ ਕੋਈ ਕੈਪੀਟਲ ਵਿਡਰੋਲ ਨਹੀਂ ਦਿੱਤੀ ਹੋਈ। ਇਸ ਕਰਕੇ ਜਿੰਨਾ ਓਪਨਿੰਗ ਬੈਲੈਂਸ ਜਿਹੜਾ ਸੀ ਕੈਪੀਟਲ ਦਾ ਤੁਸੀਂ ਦੇਖ ਰਹੇ ਹੋ 2 ਲੱਖ ਰੁਪੀਜ਼ ਓਪਨਿੰਗ ਬੈਲੈਂਸ ਹੈ ਏ ਦਾ, 1,50,000 ਜਿਹੜਾ ਬੈਲੈਂਸ ਹੈ ਉਹ ਬੀ ਦਾ ਬਣਦਾ ਹੈ ਔਰ ਇਹੀ ਬੈਲੈਂਸ ਜਿਹੜੇ ਅਸੀਂ ਐਜ਼ ਇਟ ਇਜ਼ ਚੱਕ ਕੇ ਇੱਧਰ ਕੈਰੀ ਡਾਊਨ ਕਰ ਦਿੱਤੇ ਔਰ ਟੋਟਲ ਲਗਾ ਕੇ ਕੈਪੀਟਲ ਅਕਾਊਂਟ ਜਿਹੜਾ ਹੈ ਉਹ ਬੰਦ ਕਰ ਦਿੱਤਾ, ਕਲੀਅਰ। ਨੈਕਸਟ ਅਸੀਂ ਕੀ ਬਣਾਇਆ, ਸਾਰੀਆਂ ਚੇਂਜਸ ਅਸੀਂ ਕਾਹਦੇ 'ਚ ਕਰਨੀਆਂ, ਅਸੀਂ ਪਾਰਟਨਰਸ ਕਰੰਟ ਅਕਾਊਂਟ ਦੇ ਵਿੱਚ ਕੀਤੀਆਂ। ਸੋ ਕਰੰਟ ਅਕਾਊਂਟ ਜਿਹੜਾ ਹੈ ਉਹਦੇ ਵਿੱਚ ਅਸੀਂ ਓਪਨਿੰਗ ਬੈਲੈਂਸ ਜਿਹੜਾ ਉਠਾਇਆ। ਓਪਨਿੰਗ ਬੈਲੈਂਸ ਇਸ ਕੁਐਸਚਨ 'ਚ ਸਾਨੂੰ ਨਹੀਂ ਦਿੱਤਾ ਹੋਇਆ, ਇਸ ਕਰਕੇ ਅਸੀਂ ਇਹ ਡਾਟ ਲਗਾ ਦਿੱਤੇ ਦੋਨੋਂ ਸਾਈਡ ਦੇ ਉੱਪਰ। ਨਾ ਸਾਨੂੰ ਐਸੈਟ ਸਾਈਡ 'ਤੇ ਗਿਵਨ ਹੈ, ਨਾ ਸਾਨੂੰ ਲਾਇਬਿਲਿਟੀ ਸਾਈਡ 'ਤੇ ਗਿਵਨ ਹੈ। ਅਦਰਵਾਈਜ਼ ਜਦੋਂ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਤਾਂ ਸਾਨੂੰ ਡੈਫੀਨੇਟਲੀ ਇੱਕ ਸਾਈਡ ਦੇ ਉੱਪਰ ਜ਼ਰੂਰ ਜਿਹੜਾ ਕਰੰਟ ਅਕਾਊਂਟ ਦਾ ਬੈਲੈਂਸ ਉਹ ਗਿਵਨ ਹੋਊਗਾ। ਇਸ ਤੋਂ ਬਿਨਾਂ ਅਸੀਂ ਪਾਰਟਨਰ ਨੂੰ ਕੀ ਦੇਣਾ, ਅਸੀਂ ਉਹਨਾਂ ਨੂੰ ਸੈਲਰੀਜ਼ ਪ੍ਰੋਵਾਈਡ ਕਰਨੀ ਹੈ। 1 by 1 ਅਸੀਂ ਦੇਤੀ। ਏ ਦੀ ਸੈਲਰੀ ਕਿੰਨੀ ਬਣਦੀ ਹੈ 4,000 ਉਹਨਾਂ ਨੇ ਕਿਹਾ ਸੀ, ਠੀਕ ਹੈ, ਜਾਂ 3,000 ਵਟਐਵਰ ਜੋ ਵੀ ਸੀ, ਅਸੀਂ ਉਹਨੂੰ 12 ਨਾਲ ਮਲਟੀਪਲਾਈ ਕਰ ਲਿਆ, 48,000 ਉਹ ਬਣਿਆ, 30,000 ਇਹ ਬਣਿਆ। ਔਰ ਇੰਟਰਸਟ ਔਨ ਕੈਪੀਟਲ, ਇੱਕ ਮਿੰਟ ਅਸੀਂ ਦੇਖ ਹੀ ਲੈਂਦੇ ਹਾਂ ਕਿ ਦੁਬਾਰਾ ਕਿ ਇੰਟਰਸਟ ਜਿਹੜੇ ਕੈਪੀਟਲ ਹੈ ਉਹ ਕਿੰਨੀ ਪਾਰਟਨਰ ਜਿਹੜੇ ਹੈ ਉਹ ਲੈ ਰਹੇ ਸੀ। ਹਾਂਜੀ ਦੇਖੋ ਸੈਲਰੀ ਜਿਹੜੀ ਹੈ ਉਹ 3,000 ਲੈ ਰਿਹਾ ਸੀ ਔਰ 2,500 ਰੁਪਏ ਜਿਹੜਾ ਹੈ ਉਹ ਬੀ ਲੈ ਰਿਹਾ ਸੀ, ਠੀਕ ਹੈ। ਇੱਥੇ ਸੈਲਰੀ ਜਿਹੜੀ ਹੈ ਇੱਕ ਪਾਰਟਨਰ ਦੀ ਗਲਤ ਪਈ ਹੋਈ ਹੈ। ਇਹ 48,000 ਦੀ ਜਗ੍ਹਾ 'ਤੇ ਅਸੀਂ ਕਿੰਨੀ ਸੈਲਰੀ ਇੱਥੇ ਪਾਣੀ ਹੈ 36,000 ਜਿਹੜਾ ਹੈ ਇੱਥੇ ਅਸੀਂ ਸੈਲਰੀ ਜਿਹੜੀ ਹੈ ਪਾਰਟਨਰ ਦੀ ਉਹ ਪਾ ਲੈਣੀ ਹੈ ਇੱਥੇ 36,000, ਠੀਕ ਹੈ। ਉਸ ਤੋਂ ਬਿਨਾਂ 30,000 ਜਿਹੜੀ ਹੈ ਸੈਲਰੀ ਦੂਸਰੇ ਦੀ ਬਣਦੀ ਹੈ ਅਤੇ ਪ੍ਰੋਫਿਟ ਦੇ ਵਿੱਚੋਂ ਹਿੱਸਾ ਦੋਨਾਂ ਦਾ 50,000 ਬਣਦਾ ਹੈ। ਇਸ ਤੋਂ ਬਿਨਾਂ ਜੋ ਡਰਾਇੰਗਸ ਉਹਨਾਂ ਨੇ ਵਿਡਰੋ ਕੀਤੀ ਹੈ, ਏ ਨੇ ਕਿੰਨੀ ਡਰਾਇੰਗ ਵਿਡਰੋ ਕੀਤੀ ਹੈ
20,000, 15,000 बी ने की है। इंटरस्ट ऑन ड्राइंग बनता है 2,000 ए का, 1,500 ਜਿਹੜਾ ਹੈ ਉਹ ਬੀ ਦਾ ਬਣਦਾ ਹੈ। ਸੋ ਜਦੋਂ ਅਸੀਂ ਕੈਪੀਟਲ ਦੇ ਕਲੋਜ਼ਿੰਗ ਬੈਲੈਂਸ ਕੱਢੇ, ਅਸੀਂ ਡੈਬਿਟ ਮਾਈਨਸ ਕ੍ਰੈਡਿਟ ਜਿਹੜਾ ਹੈ ਕ੍ਰੈਡਿਟ ਮਾਈਨਸ ਡੈਬਿਟ ਸਾਈਡ ਕੀਤੀ ਤਾਂ ਸਾਨੂੰ ਕੀ ਮਿਲਿਆ 96,000 ਜਿਹੜਾ ਹੈ ए ਦਾ ਔਰ 78,500 ਜੋ ਹੈ ਉਹ ਬੀ ਦਾ ਮਿਲਿਆ। ਠੀਕ ਹੈ, ਕਰੰਟ ਅਕਾਊਂਟ ਦੇ ਜੋ ਕਲੋਜ਼ਿੰਗ ਬੈਲੈਂਸ ਹੈ ਪਾਰਟਨਰ ਦੇ ਅਕੋਰਡਿੰਗਲੀ ਜਦੋਂ ਅਸੀਂ ਇਸ ਅਮਾਊਂਟ ਨੂੰ ਅਸੀਂ ਐਡਜਸਟ ਕਰਾਂਗੇ 36,048 ਦੀ ਜਗ੍ਹਾ 'ਤੇ ਤਾਂ ਸਾਡੀ ਇਹ ਵਾਲੀ ਰਕਮ ਜਿਹੜੀ ਹੈ ਇਹ ਚੇਂਜ ਹੋ ਜੂਗੀ। ਠੀਕ ਹੈ, ਸੋ ਇਹ ਤੁਸੀਂ ਧਿਆਨ ਨਾਲ ਕਰ ਲੈਣਾ ਇੱਕ ਵਾਰ, ਇੱਥੇ ਗਲਤ ਪ੍ਰਿੰਟ ਹੋਈ ਵੀ ਹੈ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਅਗਰ ਕੈਪੀਟਲ ਅਕਾਊਂਟ ਜਿਹੜੇ ਹੈ ਫਲਕਚੁਏਟ ਨੇਚਰ ਦੇ ਰਹਿਣਗੇ ਤਦ ਅਸੀਂ ਕੀ ਕਰਾਂਗੇ, ਤਾਂ ਅਸੀਂ ਉੱਥੇ ਕੈਪੀਟਲ ਦਾ ਬੈਲੈਂਸ ਜਿੰਨਾ ਵੀ ਹੋਊਗਾ 2 ਲੱਖ ਔਰ 1,50,000 ਉਠਾ ਲਾਂਗੇ। ਇਹ ਸੈਲਰੀ ਇੱਥੇ ਵੀ ਗਲਤ ਹੈ, 36,000 ਤੁਸੀਂ ਇੱਥੇ ਲਿਖੋਗੇ। 30,000 ਸੈਲਰੀ ਬੀ ਦੀ ਹੈ। ਉਸ ਤੋਂ ਬਾਅਦ ਜੋ ਇੰਟਰਸਟ ਔਨ ਕੈਪੀਟਲ ਹੈ ਦੋਨਾਂ ਦਾ ਉਹ ਉਠਾ ਲਾਂਗੇ ਅਸੀਂ। ਪ੍ਰੋਫਿਟ ਦਾ ਹਿੱਸਾ ਅਤੇ ਜੋ ਡਰਾਇੰਗਸ ਨੇ ਉਹ ਅਸੀਂ ਮਾਈਨਸ ਕਰ ਦੇਣੀ ਹੈ ਔਰ ਇੰਟਰਸਟ ਔਨ ਡਰਾਇੰਗ ਮਾਈਨਸ ਕਰਾਂਗੇ। ਜੋ ਸਾਡੇ ਕੋਲ ਬੈਲੈਂਸ ਬਚਣਗੇ, ਦੇਖੋ ਇੱਥੇ ਔਰ ਉੱਧਰ ਸਾਡੇ ਕੋਲ ਇੱਕੋ ਹੀ ਫਰਕ ਹੈ ਕਿ ਉੱਧਰ ਕਰੰਟ ਅਕਾਊਂਟ ਦੇ ਬੈਲੈਂਸ ਨਿਕਲਦੇ ਆ, ਕੈਪੀਟਲ ਦੇ ਅਲੱਗ ਨਿਕਲਦੇ ਆ। ਇੱਥੇ ਅਸੀਂ ਕੀ ਕਰਨਾ, ਕੰਬਾਈਨਡ ਜਿਹੜਾ ਬੈਲੈਂਸ ਹੈ ਉਹ ਅਸੀਂ ਕੱਢਣਾ ਹੈ ਕਿ ਜੇਕਰ ਕੈਪੀਟਲ ਅਕਾਊਂਟ ਜਿਹੜੇ ਆ ਫਲਕਚੁਏਟ ਕਰਦੇ ਆ ਤਾਂ ਅਸੀਂ ਓਪਨਿੰਗ ਬੈਲੈਂਸ ਕੈਪੀਟਲ ਦਾ ਹੀ ਉਠਾਵਾਂਗੇ ਔਰ ਇਹਦੇ ਅੰਦਰ ਅਸੀਂ ਜਿਹੜੇ ਕਰੰਟ ਅਕਾਊਂਟ ਦੇ ਬੈਲੈਂਸ ਉਸ ਨੂੰ ਇਗਨੋਰ ਕਰਾਂਗੇ। ਠੀਕ ਹੈ ਨਾ। ਹੋਪਫੁਲੀ ਕਿ ਇਸ ਐਗਜ਼ਾਮਪਲ ਦੇ ਨਾਲ ਤੁਸੀਂ ਇਸ ਮੈਥਡ ਨੂੰ ਸਮਝ ਜਾਓਗੇ। ਕੁਆਇਟ ਕਾਫੀ ਈਜ਼ੀ ਮੈਥਡ ਹੈ ਇਹ ਕਿ ਕੈਪੀਟਲ ਅਕਾਊਂਟ ਜਿਹੜੇ ਹੈ ਕਿਵੇਂ ਪ੍ਰੀਪੇਅਰ ਕੀਤੇ ਜਾਂਦੇ ਆ ਪਾਰਟਨਰਸ਼ਿਪ ਡੀਡ ਦੇ ਅਕੋਰਡਿੰਗ। ਪਾਰਟਨਰਸ ਕੈਪੀਟਲ ਅਕਾਊਂਟ ਨੂੰ ਫਿਕਸ ਵੀ ਰੱਖ ਸਕਦੇ ਆ, ਉਸ ਨੂੰ ਫਲਕਚੁਏਟਿੰਗ ਨੇਚਰ ਦਾ ਵੀ ਰੱਖ ਸਕਦੇ ਆ। ਠੀਕ ਆ, ਤੁਸੀਂ ਇਸ ਦੇ ਹੋਰ ਕੁਐਸਚਨ ਕੱਢ ਲੈਣੇ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਦੈਨ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਇਹ ਸਾਡਾ ਟੌਪਿਕ ਸੀ। ਥੈਂਕ ਯੂ ਫॉर द ਨੈਕਸਟ ਟੌਪਿਕ ਵੇਟ ਕਰਦੇ ਹਾਂ ਆਪਾਂ।